Hello students, this time I have a poem for you from book First Flight of class 10th. Poem name is Amanda, that is written by Robin Klein. Amanda is a poem about child psychology. Children live in a world of dreams. In this poem we have a conversation between a little girl Amanda and her mother. Mother is scolding the girl again and again for doing or neglecting something, but Amanda is lost in a world of her own. She is not even listening to what her mother is saying. The poet tells us that grown-up people should allow enough freedom to growing children. Now, let's get started the poem. Don't bite your nails, Amanda. Don't hunch your shoulders, Amanda. Stop that slouching and sit up straight, Amanda. ਫਸਟ ਪੈਰੇ ਦੇ ਵਿੱਚ ਇੱਕ ਮਦਰ ਕੀ ਕਰਦੀ ਪਈ ਹੈ, ਆਪਣੀ ਡਾਟਰ ਨੂੰ ਅਮਾਂਡਾ ਨੂੰ ਬਾਰ-ਬਾਰ ਡਾਂਟ ਰਹੀ ਹੈ। ਕੀ ਕਹਿ ਰਹੀ ਹੈ? ਡੋਂਟ ਬਾਈਟ ਯੂਰ ਨੇਲਸ, ਵੀ ਆਪਣੇ ਨਾਖੂਨਾਂ ਨੂੰ ਖਾ ਨਾ, ਤੂੰ ਨੇਲਸ ਨੂੰ ਖਾ ਨਾ। ਡੋਂਟ ਹੰਚ ਯੂਰ ਸ਼ੋਲਡਰਸ, ਹੰਚ ਮਤਲਬ ਬੈਂਡ ਕਰਨਾ। ਉਹ ਬਾਰ-ਬਾਰ ਟੋਕਦੀ ਹੈ ਕਿ ਸਿੱਧੀ ਹੋ ਕੇ ਬੈਠ, ਆਪਣੇ ਜਿਹੜੇ ਸ਼ੋਲਡਰਸ ਵਾ ਉਹਨਾਂ ਨੂੰ ਹੰਚ ਨਾ ਕਰ, ਉਹਨਾਂ ਨੂੰ ਤੂੰ ਬਲੈਂਡ ਨਾ ਕਰ। ਇਸ ਤੋਂ ਇਲਾਵਾ ਕੀ ਕਹਿੰਦੀ ਆ? ਸਟੋਪ ਡੈਟ ਸਲਾਊਚਿੰਗ। ਸਲਾਊਚਿੰਗ ਮਤਲਬ ਰਿਲੈਕਸ ਹੋ ਕੇ ਬੈਠਣਾ, ਲੇਜ਼ੀਪਨ ਦੇ ਵਿੱਚ ਬੈਠਣਾ। ਹੁਣ ਉਹ ਕੀ ਕਰਦੀ ਪਈ ਆ? ਆਪਣੀ ਡਾਟਰ ਨੂੰ ਡਾਂਟਦੀ ਪਈ ਆ ਕਿ ਸਿੱਧੀ ਹੋ ਕੇ ਬੈਠ, ਆਪਣੇ ਜਿਹੜੇ ਹੱਥ ਪੈਰ ਉਹਨਾਂ ਨੂੰ ਢਿੱਲੇ ਨਾ ਛੱਡ, ਸਿਟ ਸਟ੍ਰੇਟ ਹੋ ਕੇ ਬੈਠ। ਬਾਰ-ਬਾਰ ਉਹ ਟੋਕਦੀ ਆ। ਕੌਣ? ਅਮਾਂਡਾ ਦੀ ਮਦਰ। There is a languid emerald sea where the sole inhabitant is me, and mermaid drifting blissfully. ਇੱਕ ਸਾਈਡ ਤੇ ਮਦਰ ਡਾਂਟਦੀ ਪਈ ਆ ਔਰ ਸੈਕਿੰਡ ਪੈਰੇ ਦੇ ਵਿੱਚ ਹਰ ਇੱਕ ਡਾਂਟ ਦੇ ਅੱਗੇ ਅਮਾਂਡਾ ਦਾ ਰਿਐਕਸ਼ਨ ਜਿਹੜਾ ਵਾ ਉਹ ਐਕਸਪਲੇਨ ਕੀਤਾ ਗਿਆ ਵਾ ਬ੍ਰੈਕਟਸ ਦੇ ਵਿੱਚ। ਹੁਣ ਇੱਥੇ ਜਿਹੜੀ ਅਮਾਂਡਾ ਵਾ ਉਹ ਆਪਣੀ ਮਦਰ ਦੀ ਕਿਸੇ ਵੀ ਗੱਲ ਨੂੰ ਜਾਂ ਕਿਸੇ ਵੀ ਡਾਂਟ ਨੂੰ ਸੁਣਦੀ ਨਹੀਂ ਆ, ਬਲਕਿ ਉਹ ਗਵਾਚੀ ਹੋਈ ਆ ਕਿੱਥੇ, ਸੋਚਦੀ ਪਈ ਆ। ਦੇਅਰ ਇਜ਼ ਅ ਲਿੰਗਰਡ, ਲਿੰਗਰਡ ਮਤਲਬ ਰਿਲੈਕਸ ਹੋ ਕੇ ਬੈਠਣਾ। ਐਮਰਲਡ ਸੀ, ਇੱਥੇ ਜਿਹੜਾ ਵਾ ਅਮਾਂਡਾ ਨੂੰ ਇੱਕ ਆਪਣੀ ਦੁਨੀਆ 'ਚ ਗਵਾਚੀ ਆ, ਉਹਨੂੰ ਇੱਕ ਸਮੁੰਦਰ ਦਿਖਾਈ ਦੇ ਰਿਹਾ ਵਾ ਜਿੱਥੇ ਸਿਰਫ ਸ਼ਾਂਤੀ ਸ਼ਾਂਤੀ ਆ, ਜਿੱਥੇ ਸਿਰਫ ਉਹਨੂੰ ਲੱਗਦਾ ਕਿ ਮੈਂ ਹੀ ਰਹਿੰਦੀ ਆ, ਮੇਰੇ ਤੋਂ ਇਲਾਵਾ ਉੱਥੇ ਹੋਰ ਕੋਈ ਪਰਸਨ ਨਹੀਂ ਰਹਿੰਦਾ। ਇਸ ਤੋਂ ਇਲਾਵਾ ਉਹਨੂੰ ਇੱਕ ਮਰਮਡ ਦੀ ਜਿਹੜੀ ਇਮੇਜ ਵਾ ਉਹ ਦਿਖਾਈ ਦੇ ਰਹੀ ਆ। ਮਰਮਡ ਮਤਲਬ ਜਿਵੇਂ ਜਲ ਵਿੱਚ ਕੋਈ ਮਛਲੀ ਹੋਵੇ, ਇੰਝ ਉਹਨੂੰ ਲੱਗਦਾ ਵਾ ਕਿ ਜਿਹੜੀ ਮਰਮਡ ਵਾ ਉਹ ਕੀ ਕਰਦੀ ਪਈ ਆ? ਸਮੁੰਦਰ ਦੇ ਵਿੱਚ ਰਿਲੈਕਸ ਕਰਦੀ ਪਈ ਆ। ਉਹਨੇ ਹੱਥ ਪੈਰ ਆਪਣੇ ਸੁੱਟੇ ਹੋਏ ਆ ਔਰ ਉਹ ਸ਼ਾਂਤ ਹੋ ਕੇ, ਰਿਲੈਕਸ ਹੋ ਕੇ, ਬਲਿਸਫੁਲੀ ਐਟਮੋਸਫੀਅਰ ਦੇ ਵਿੱਚ ਕੀ ਕਰਦੀ ਪਈ ਆ? ਇੰਜੋਏ ਕਰਦੀ ਪਈ ਆ। ਇੱਕ ਸਾਈਡ 'ਤੇ ਉਹਦੀ ਮਦਰ ਡਾਂਟਦੀ ਪਈ ਆ, ਦੂਸਰੀ ਸਾਈਡ 'ਤੇ ਜਿਹੜੀ ਅਮਾਂਡਾ ਵਾ ਉਹ ਆਪਣੀ ਇਮੈਜੀਨੇਸ਼ਨ ਦੇ ਵਿੱਚ ਗਵਾਚੀ ਜਿਹੜੀ ਉਹ ਆਪਣੀ ਹੀ ਦੁਨੀਆ ਦੇ ਵਿੱਚ ਗੁੰਮ ਹੋਈ ਆ। ਉਹ ਫਿਜ਼ੀਕਲੀ ਬੈਠੀ ਹੋਈ ਆ ਬਟ ਮੈਂਟਲੀ ਕਿਸੇ ਹੋਰ ਦੁਨੀਆ 'ਚ ਪਹੁੰਚੀ ਹੋਈ ਆ। ਇੱਥੇ ਜਿਹੜੀ ਅਮਾਂਡਾ ਵਾ ਉਹ ਆਪਣੀ ਇਮੈਜੀਨੇਸ਼ਨ ਕਰਦੀ ਪਈ ਆ, ਆਪਣਾ ਕੰਪੈਰੀਜ਼ਨ ਕਰਦੀ ਪਈ ਆ ਕਿਹਦੇ ਨਾਲ? ਮੋਮੈਂਟ ਦੇ ਨਾਲ। ਨੈਕਸਟ ਪੈਰੇ ਦੇ ਵਿੱਚ ਫਿਰ ਜਿਹੜੀ ਅਮਾਂਡਾ ਦੀ ਮਦਰ ਆ ਫਿਰ ਤੋਂ ਉਹਨੂੰ ਕਹਿੰਦੀ ਆ, ਡਿਡ ਯੂ ਫਿਨਿਸ਼ ਯੂਰ ਹੋਮਵਰਕ ਅਮਾਂਡਾ? ਡਿਡ ਯੂ ਟਾਈਡੀ ਯੂਰ ਰੂਮ ਅਮਾਂਡਾ? ਆਈ ਥਾਊਟ ਆਈ ਟੋਲਡ ਯੂ ਟੂ ਕਲੀਨ ਯੂਰ ਸ਼ੂਜ਼ ਅਮਾਂਡਾ। ਹੁਣ ਫਿਰ ਤੋਂ ਉਹਦੀ ਮਦਰ ਜਿਹੜੀ ਉਹਨੂੰ ਬਾਰ-ਬਾਰ ਡਾਂਟਦੀ ਆ, ਬਾਰ-ਬਾਰ ਇੱਕ ਹੀ ਗੱਲ ਕਹਿੰਦੀ ਆ, ਤੂੰ ਆਪਣਾ ਹੋਮਵਰਕ ਕੀਤਾ ਕਿ ਨਹੀਂ, ਤੂੰ ਆਪਣਾ ਰੂਮ ਟਾਈਡੀ ਕੀਤਾ ਕਿ ਨਹੀਂ, ਸ਼ੂਜ਼ ਜਿਹੜੇ ਉਹ ਸਾਫ਼ ਕਰ ਲਏ ਕਿ ਨਹੀਂ ਕਰ ਲਏ। ਬਟ ਜਿਹੜੀ ਅਮਾਂਡਾ ਵਾ ਫਿਰ ਤੋਂ ਨੈਕਸਟ ਪੈਰੇ ਦੇ ਵਿੱਚ ਫਿਰ ਤੋਂ ਆਪਣੀ ਹੀ ਇਮੈਜੀਨੇਸ਼ਨ ਦੇ ਵਿੱਚ ਗੁੰਮ ਹੋਈ ਆ। ਫਿਜ਼ੀਕਲੀ ਉਹ ਉੱਥੇ ਹੀ ਬੈਠੀ ਹੋਈ ਆ ਬਟ ਮੈਂਟਲੀ ਉਹ ਕਿਤੇ ਹੋਰ ਜਗ੍ਹਾ 'ਤੇ ਗੁੰਮ ਹੋਈ ਆ। ਹੁਣ ਉਹਦੀ ਇਮੈਜੀਨੇਸ਼ਨ ਦੇ ਵਿੱਚ ਉਹ ਕੀ ਸੋਚਦੀ ਪਈ ਆ? ਆਈ ਐਮ ਐਨ ਓਫਨ ਰੋਮਿੰਗ ਦਾ ਸਟਰੀਟ। ਸੋਚਦੀ ਪਈ ਆ ਕਿ ਮੈਂ ਇੱਕ ਓਫਨ ਆ, ਜਾਣੀ ਕਿ ਅਨਾਥ ਲੜਕੀ ਆ ਜੋ ਕਿ ਪੂਰੀਆਂ ਗਲੀਆਂ ਦੇ ਵਿੱਚ ਘੁੰਮਦੀ ਫਿਰਦੀ ਆ, ਜਿਹਨੂੰ ਪੂਰੀ ਸੋਚਦੀ ਆ ਕਿ ਮੈਨੂੰ ਕੋਈ ਵੀ ਰੋਕਣ ਟੋਕਣ ਵਾਲਾ ਹੈ ਨਹੀਂ ਆ, ਇਸ ਲਈ ਮੈਂ ਗਲੀਆਂ ਦੇ ਵਿੱਚ ਆਜ਼ਾਦ ਘੁੰਮਦੀ ਫਿਰ ਰਹੀ ਆ। ਇਸ ਤੋਂ ਇਲਾਵਾ ਕੀ ਸੋਚਦੀ ਆ ਕਿ ਸਮੁੰਦਰ ਦੇ ਕਿਨਾਰੇ 'ਤੇ ਉਹ ਖੜੀ ਹੋ ਕੇ ਰੇਤ ਦੇ ਵਿੱਚ, ਸੈਂਡ ਦੇ ਵਿੱਚ ਉਹ ਕੀ ਕਰਦੀ ਪਈ ਆ? ਆਪਣੇ ਪੋਲੇ ਪੈਰਾਂ ਦੇ ਨਾਲ ਜਿਹੜੀ ਉੱਤੇ ਡਸਟ ਡਿੱਗੀ ਹੋਈ ਆ ਉਹਦੇ ਉੱਪਰ ਉਹ ਕੀ ਕਰਦੀ ਪਈ ਆ? ਅਲੱਗ-ਅਲੱਗ ਇਮੇਜਸ ਜਿਹੜੇ ਆ ਨੰਗੇ ਪੈਰਾਂ ਦੇ ਨਾਲ ਉਹ ਕੀ ਕਰਦੀ ਪਈ ਆ? ਬਣਾ ਰਹੀ ਆ। ਇਸ ਤੋਂ ਇਲਾਵਾ ਜਿਹੜੀ ਸਮੁੰਦਰ ਕੰਢੇ ਸ਼ਾਂਤੀ ਆ ਉਹਨੂੰ ਗੋਲਡਨ ਜੀ ਲੱਗਦੀ ਆ, ਮਤਲਬ ਗੋਲਡ ਵਾਂਗੂ ਪਿਓਰ ਲੱਗਦੀ ਆ। ਪੂਰੀ ਤਰ੍ਹਾਂ ਸ਼ਾਂਤੀ ਜਿਹੜੀ ਆ ਉਹਦੇ ਮਨ ਨੂੰ ਸ਼ਾਂਤੀ ਦਿੰਦੀ ਆ। ਉਹਨੂੰ ਇੰਝ ਲੱਗਦਾ ਵਾ ਕਿ ਜਿਵੇਂ ਉਹਨੂੰ ਫਰੀਡਮ ਮਿਲ ਗਈ ਹੋਵੇ। ਔਰ ਇਹ ਜਿਹੜੀ ਸ਼ਾਂਤੀ ਆ ਔਰ ਫਰੀਡਮ ਜਿਹੜੀ ਆ ਉਹਨੂੰ ਬਹੁਤ ਹੀ ਵਧੀਆ ਅਤੇ ਮਿੱਠੀ ਮਿੱਠੀ ਲੱਗਦੀ ਆ। ਔਰ ਉਹ ਆਪਣੀ ਲਾਈਫ ਨੂੰ ਗੋਲਡ ਦੇ ਨਾਲ ਕੰਪੇਅਰ ਕਰਦੀ ਆ। ਕਹਿੰਦੀ ਆ ਕਿ ਮੇਰੇ ਘਰ ਦੇ ਵਿੱਚ ਨੋਰਮਲੀ ਮੈਨੂੰ ਇਹ ਚੀਜ਼ ਮਿਲਦੀ ਨਹੀਂ ਹੈ, ਘਰ ਵਿੱਚ ਚੀਕ ਚਿਹਾੜਾ ਹੁੰਦਾ ਰਹਿੰਦਾ ਵਾ, ਬਟ ਉਹ ਇੱਕ ਐਸੀ ਇਮੈਜੀਨੇਸ਼ਨ ਸੋਚਦੀ ਆ ਜਿਸ ਦੇ ਵਿੱਚ ਉਹ ਸਮੁੰਦਰ ਕੰਢੇ ਗੋਲਡ ਜਿਹੜੀ ਗੋਲਡਨ ਕਲਰ ਦੀ ਜਿਹੜੀ ਸ਼ਾਂਤੀ ਆ ਉਹਨੂੰ ਉਹ ਮਹਿਸੂਸ ਕਰਦੀ ਆ।
ਨੈਕਸਟ ਪੈਰੇ ਦੇ ਵਿੱਚ ਫਿਰ ਤੋਂ ਅਮਾਂਡਾ ਦੀ ਮਦਰ ਉਹਨੂੰ ਡਾਂਟਦੀ ਆ, ਡੋਂਟ ਈਟ ਦ ਚੋਕਲੇਟਸ ਅਮਾਂਡਾ, ਰਿਮੈਂਬਰ ਯੂ ਐਕਸ਼ਨ ਅਮਾਂਡਾ, ਵਿਲ ਯੂ ਪਲੀਜ਼ ਲੁੱਕ ਐਟ ਮੀ ਵੈਨ ਆਈ ਐਮ ਸਪੀਕਿੰਗ ਟੂ ਯੂ ਅਮਾਂਡਾ। ਫਿਰ ਤੋਂ ਉਹਨੂੰ ਡਾਂਟਦੀ ਆ, ਕਹਿੰਦੀ ਆ ਕਿ ਇੰਨੀਆਂ ਜ਼ਿਆਦਾ ਚੋਕਲੇਟਸ ਨਾ ਖਾ, ਜੇਕਰ ਤੂੰ ਚੋਕਲੇਟਸ ਖਾਏਂਗੀ ਤੇਰੇ ਫੇਸ ਦੇ ਉੱਪਰ ਕੀ ਹੋ ਜਾਣਗੇ, ਪਿੰਪਲ ਹੋ ਜਾਣਗੇ। ਬਟ ਜਿਹੜੀ ਅਮਾਂਡਾ ਵਾ ਉਹ ਆਪਣੇ ਆਪ ਦੇ ਵਿੱਚ ਗੁਆਚੀ ਹੋਈ ਆ, ਉਹ ਸੋਚਦੀ ਪਈ ਆ ਕਿ ਉਹ ਇੱਕ ਐਸੀ ਕੁਈਨ ਵਾ, ਐਸੀ ਪ੍ਰਿੰਸੈਸ ਵਾ ਜੋ ਕਿ ਕਿੱਥੇ ਰਹਿੰਦੀ ਆ, ਇੱਕ ਟਾਵਰ 'ਚ ਰਹਿੰਦੀ ਆ। ਉਹ ਆਪਣੇ ਆਪ ਨੂੰ ਕੰਪੈਰੀਜ਼ਨ ਕਰਦੀ ਪਈ ਕਿਹਦੇ ਨਾਲ, ਰਿਪੰਜ਼ਲ ਦੇ ਨਾਲ। ਰਿਪੰਜ਼ਲ ਇੱਕ ਐਸੀ ਕੁਈਨ ਸੀ ਜਿਹਦੇ ਬਹੁਤ ਲੰਬੇ ਹੇਅਰ ਸੀਗੇ, ਬਹੁਤ ਲੰਬੇ ਵਾਲ ਸੀ, ਔਰ ਉਹ ਟਾਵਰ ਦੇ ਵਿੱਚ ਸ਼ਾਂਤੀ ਦੇ ਵਿੱਚ ਰਹਿੰਦੀ ਸੀ। ਔਰ ਜਦ ਉਹਦੀ ਮਰਜ਼ੀ ਹੁੰਦੀ ਸੀ ਆਪਣੇ ਵਾਲ ਜਿਹੜੇ ਸੀ ਨੀਚੇ ਸੁੱਟਦੀ ਸੀ ਟਾਵਰ ਤੋਂ ਬਾਹਰ, ਫਿਰ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਆਪਣੇ ਘਰ ਦੇ ਵਿੱਚ ਐਂਟਰੀ ਦਿੰਦੀ ਸੀ। ਜਿਹੜੀ ਅਮਾਂਡਾ ਵਾ ਉਹ ਆਪਣਾ ਕੰਪੈਰੀਜ਼ਨ ਕਰਦੀ ਪਈ ਕਿਹਦੇ ਨਾਲ, ਰਿਪੰਜ਼ਲ ਦੇ ਨਾਲ। ਰਿਪੰਜ਼ਲ ਜਿਹੜੀ ਸੀ ਐਟਮੋਸਫੀਅਰ ਦੇ ਵਿੱਚ ਰਹਿੰਦੀ ਸੀ ਜਿੱਥੇ ਸਿਰਫ ਸ਼ਾਂਤੀ ਸੀਗੀ, ਔਰ ਜਦੋਂ ਉਹਦੀ ਮਰਜ਼ੀ ਹੁੰਦੀ ਸੀ ਉਹ ਆਪਣੇ ਵਾਲ ਨੀਚੇ ਸੁੱਟਦੀ ਸੀ ਔਰ ਕਿਸੇ ਨੂੰ ਅੰਦਰ ਘਰ ਦੇ ਅੰਦਰ ਆਉਣ ਦਿੰਦੀ ਸੀ, ਔਰ ਉਹਨਾਂ ਵਾਲਾਂ ਦੇ ਸਹਾਰੇ ਹੀ ਕੋਈ ਉਹਦੇ ਘਰ ਦੇ ਵਿੱਚ ਐਂਟਰੀ ਕਰ ਸਕਦਾ ਸੀ। ਹੁਣ ਇੱਥੇ ਉਹਦੀ ਗੱਲ ਕੀਤੀ ਗਈ ਆ ਰਪੰਜ਼ਲ ਦੀ। ਹੁਣ ਇੱਥੇ ਜਿਹੜੀ ਅਮਾਂਡਾ ਵਾ ਆਪਣੇ ਆਪ ਨੂੰ ਰਪੰਜ਼ਲ ਸਮਝਦੀ ਆ, ਕਹਿੰਦੀ ਕਿ ਮੈਂ ਇਹੋ ਜਿਹੇ ਐਟਮੋਸਫੀਅਰ 'ਚ ਰਹਿਣਾ ਚਾਹੁੰਦੀ ਹਾਂ ਜਿੱਥੇ ਸਿਰਫ ਮੈਂ ਆਪਣੀ ਮਰਜ਼ੀ ਦੇ ਨਾਲ ਲੈਟ ਡਾਊਨ, ਮਤਲਬ ਮੈਂ ਕਿਸੇ ਨੂੰ ਆਪਣੇ ਵਾਲ ਨਹੀਂ ਸੁੱਟਾਂਗੀ ਨੀਚੇ ਤਾਂ ਜੋ ਮੇਰੇ ਘਰ ਵਿੱਚ ਆ ਸਕੇ, ਮੈਂ ਕਿਸੇ ਨੂੰ ਆਪਣੇ ਘਰ ਦੇ ਵਿੱਚ ਆਉਣ ਦੀ ਪਰਮਿਸ਼ਨ ਨਹੀਂ ਦਊਂਗੀ ਜਦ ਤੱਕ ਮੇਰੀ ਮਰਜ਼ੀ ਨਾ ਹੋਵੇ। ਉਹ ਕਹਿੰਦੀ ਹੈ ਮੈਂ ਆਪਣੇ ਆਪ ਵਿੱਚ ਇੱਕ ਕੁਈਨ ਵਾਂ ਜੋ ਕਿ ਇੱਕ ਸ਼ਾਂਤ ਜਿਹੇ ਟਾਵਰ ਦੇ ਵਿੱਚ ਰਹਿੰਦੀ ਆ। ਇੱਥੇ ਇਹਨਾਂ ਨੇ ਕੰਪੈਰੀਜ਼ਨ ਕੀਤਾ ਵਾ ਇੱਕ ਫੇਅਰੀ ਟੇਲ ਦਾ, ਜੋ ਕਿ ਬਹੁਤ ਫੇਮਸ ਸਟੋਰੀ ਹੋਈ ਆ ਕਿਹਦੇ ਬਾਰੇ ਵਿੱਚ, ਰਪੰਜ਼ਲ ਦੇ ਬਾਰੇ ਦੇ ਵਿੱਚ, ਜਿਹਦਾ ਕੰਪੈਰੀਜ਼ਨ ਕੀਤਾ ਗਿਆ ਵਾ ਅਮਾਂਡਾ ਨੇ ਆਪਣੀ ਇਮੈਜੀਨੇਸ਼ਨ ਦੇ ਵਿੱਚ ਆਪਣਾ ਔਰ ਰਪੰਜ਼ਲ ਦਾ। ਲਾਸਟ ਪੈਰੇ ਦੇ ਵਿੱਚ ਫਿਰ ਤੋਂ ਅਮਾਂਡਾ ਦੀ ਮਦਰ ਉਹਨੂੰ ਡਾਂਟਦੀ ਆ ਕਿ ਕਹਿੰਦੀ ਆ ਸਟੋਪ ਡੈਟ ਸਲਕਿੰਗ ਐਟ ਵਾਂਸ ਅਮਾਂਡਾ, ਕਿ ਐਵੇਂ ਤੂੰ ਥੋੜਾ ਰੋਣਾ ਜਿਹੜਾ ਉਹ ਬੰਦ ਕਰ ਦੇ। ਯੂ ਆਰ ਆਲਵੇਜ਼ ਅ ਮੂਡੀ, ਕਹਿੰਦੀ ਕਿ ਤੂੰ ਬਹੁਤ ਜ਼ਿਆਦਾ ਮੂਡੀ ਹੋ ਚੁੱਕੀ ਆ, ਆਪਣੀ ਮਰਜ਼ੀ ਨਾਲ ਮੇਰੀ ਗੱਲ ਸੁਣਦੀ ਆ, ਔਰ ਜਦ ਤੇਰੀ ਮਰਜ਼ੀ ਹੁੰਦੀ ਹੈ ਤੂੰ ਕੰਮ ਕਰਦੀ ਆ, ਉੱਦਾਂ ਤੂੰ ਮੇਰੀ ਕੋਈ ਵੀ ਗੱਲ ਨਹੀਂ ਮੰਨਦੀ। ਜੇਕਰ ਤੂੰ ਥੋੜਾ ਰੋਏਂਗੀ, ਇਸ ਤਰ੍ਹਾਂ ਕਰਾਈ ਕਰੇਂਗੀ, ਲੋਕਾਂ ਨੇ ਕੀ ਕਹਿਣਾ ਵਾ ਕਿ ਇਹਦੀ ਮਦਰ ਜਿਹੜੀ ਇਹਨੂੰ ਬਹੁਤ ਜ਼ਿਆਦਾ ਨੈਗ ਕਰਦੀ ਆ, ਬਹੁਤ ਜ਼ਿਆਦਾ ਤੰਗ ਕਰਦੀ ਆ, ਬਹੁਤ ਜ਼ਿਆਦਾ ਡਾਂਟਦੀ ਆ, ਜਿਸ ਕਰਕੇ ਬੱਚੀ ਜਿਹੜੀ ਉਹ ਰੋਂਦੀ ਰਹਿੰਦੀ ਆ। ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਤੈਨੂੰ ਆਪਣੀ ਰਿਸਪੌਂਸਿਬਿਲਟੀ ਜਿਹੜੀ ਉਹ ਸਮਝਣੀ ਚਾਹੀਦੀ ਆ, ਔਰ ਸਮਾਜ ਵਿੱਚ ਜਿਵੇਂ ਬਾਕੀ ਗਰਲਸ ਰਹਿੰਦੀਆਂ ਵਾ ਤੈਨੂੰ ਉਵੇਂ ਹੀ ਰਹਿਣਾ ਚਾਹੀਦਾ ਵਾ, ਤੈਨੂੰ ਆਪਣੀ ਰਿਸਪੌਂਸਿਬਿਲਟੀ ਜਿਹੜੀ ਆ ਪ੍ਰੋਪਰ ਸਮਝਣੀ ਚਾਹੀਦੀ ਆ। ਇਸ ਪੋਇਮ ਦੇ ਵਿੱਚ ਪੋਇਟ ਦੱਸਣਾ ਕੀ ਚਾਹੁੰਦਾ ਹੈ ਕਿ ਜਿਹੜੇ ਅੱਜ ਕੱਲ੍ਹ ਦੇ ਪੇਰੈਂਟਸ ਵਾ ਉਹਨਾਂ ਨੂੰ ਬੱਚੇ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਬੱਚੇ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿਸੇ ਕੰਮ ਨੂੰ ਕਰਨ ਵਿੱਚ, ਬਟ ਉਹਨਾਂ ਨੂੰ ਲੋੜ ਤੋਂ ਜ਼ਿਆਦਾ ਜਿਹੜਾ ਵਾ ਡਾਂਟਣਾ ਨਹੀਂ ਚਾਹੀਦਾ। ਲੋੜ ਤੋਂ ਜ਼ਿਆਦਾ ਜੇਕਰ ਅਸੀਂ ਉਹਨੂੰ ਡਾਂਟਾਂਗੇ, ਨੈਗ ਕਰਾਂਗੇ, ਤਾਂ ਬੱਚੇ ਦੀ ਜਿਹੜੀ ਮੈਂਟਲੀ ਡਿਵੈਲਪਮੈਂਟ ਵਾ ਉਹਦੇ ਉੱਪਰ ਕਾਫੀ ਸਾਰਾ ਅਸਰ ਪੈ ਸਕਦਾ ਵਾ। ਇਸ ਲਈ ਸਾਨੂੰ ਬੱਚੇ ਨੂੰ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਹੈ। ਹੁਣ ਅਸੀਂ ਡਿਸਕਸ ਕਰਾਂਗੇ ਪੋਇਮ ਦੇ ਵਿੱਚ ਯੂਜ਼ ਕੀਤੇ ਗਏ ਪੋਇਟਿਕ ਡਿਵਾਈਸਿਸ ਦੇ ਬਾਰੇ ਵਾ। ਪੋਇਟ ਨੇ ਜਿਹੜੇ ਆ ਕਿਹੜੇ ਡਿਵਾਈਸਿਸ ਜਿਹੜੇ ਆ ਇਸ ਪੋਇਮ ਦੇ ਵਿੱਚ ਯੂਜ਼ ਕੀਤੇ ਆ। ਫਸਟ ਵਾ ਐਨਾਫੋਰਾ। ਐਨਾਫੋਰਾ ਇਸ ਕਰਕੇ ਯੂਜ਼ ਕੀਤਾ ਗਿਆ ਕਿਉਂਕਿ ਪੋਇਮ ਦੇ ਵਿੱਚ ਬਾਰ-ਬਾਰ ਇੱਕ ਵਰਡ ਰਿਪੀਟ ਹੋ ਰਿਹਾ ਵਾ, ਡੋਂਟ ਐਂਡ ਡੋਂਟ ਯੂ, ਡਿਡ ਯੂ, ਇਹ ਵਰਡ ਜਿਹੜੇ ਆ ਬਾਰ-ਬਾਰ ਯੂਜ਼ ਕੀਤੇ ਗਏ ਆ, ਇਸ ਲਈ ਇਹਦੇ ਵਿੱਚ ਐਨਾਫੋਰ ਡਿਵਾਈਸ ਜਿਹੜਾ ਉਹ ਯੂਜ਼ ਕੀਤਾ ਗਿਆ। ਸੈਕਿੰਡ ਆ ਰੈਪੀਟੀਸ਼ਨ। ਇਸ ਪੋਇਮ ਦੇ ਵਿੱਚ ਬਾਰ-ਬਾਰ ਅਮਾਂਡਾ ਵਰਡ ਜਿਹੜਾ ਯੂਜ਼ ਕੀਤਾ ਗਿਆ ਵਾ, ਇਸ ਕਰਕੇ ਇਹਦੇ ਵਿੱਚ ਰੈਪੀਟੀਸ਼ਨ ਆ। ਨੈਕਸਟ ਆ ਮੈਟਾਫਰ। ਇੱਥੇ ਅਮਾਂਡਾ ਨੇ ਰਪੰਜ਼ਲ ਵਰਡ ਜਿਹੜਾ ਵਾ ਉਹ ਯੂਜ਼ ਕੀਤਾ ਵਾ। ਰਪੰਜ਼ਲ ਦਾ ਜਿਹੜਾ ਕਰੈਕਟਰ ਵਾ ਉਹਦਾ ਕੰਪੈਰੀਜ਼ਨ ਕੀਤਾ ਵਾ ਆਪਣੇ ਨਾਲ, ਇਸ ਲਈ ਮੈਟਾਫਰ ਯੂਜ਼ ਕੀਤਾ ਗਿਆ ਵਾ। ਇਸ ਤੋਂ ਇਲਾਵਾ ਉਹਨੇ ਗੋਲਡ ਦੇ ਨਾਲ ਆਪਣੀ ਸਾਇਲੈਂਸ ਨੂੰ ਕੰਪੇਅਰ ਕੀਤਾ ਵਾ, ਇਹ ਵੀ ਇੱਕ ਕੀ ਆ, ਮੈਟਾਫਰ ਆ। ਲਾਸਟ ਵਾ ਅਲਿਊਜ਼ਨ ਇੱਥੇ ਇਸ ਕਰਕੇ ਹੈ ਕਿਉਂਕਿ ਇੱਥੇ ਜਿਹੜੀ ਅਮਾਂਡਾ ਵਾ ਆਪਣੇ ਆਪ ਨੂੰ ਕਿਹਦੇ ਬਰਾਬਰ ਸਮਝ ਰਹੀ ਆ, ਰਪੰਜ਼ਲ ਦੇ ਬਰਾਬਰ ਸਮਝ ਰਹੀ ਆ, ਆਪਣੀ ਲਾਈਫ ਨੂੰ ਕੰਪੇਅਰ ਕਰ ਰਹੀ ਆ। ਫਸਟ ਪੈਰੇ ਦੀ ਰਾਈਮ ਸਕੀਮ ਹੈ AA BA CC। ਸੈਕਿੰਡ ਦੀ ਹੈ AA DA EEE। ਥਰਡ ਪੈਰੇ ਦੀ ਰਾਈਮ ਸਕੀਮ ਹੈ AA FA GGG। ਔਰ ਲਾਸਟ ਵਨ ਦੀ ਆ AA HA। ਪੋਇਮ ਦੇ ਦੁਆਰਾ ਜਿਹੜਾ ਪੋਇਟ ਆ ਉਹ ਮੈਸੇਜ ਕੀ ਦੇਣਾ ਚਾਹੁੰਦਾ ਹੈ ਕਿ ਜਿਹੜੇ ਐਲਡਰ ਲੋਕ ਆ, ਜਿਹੜੇ ਵੱਡੇ ਲੋਕ ਆ, ਉਹਨਾਂ ਨੂੰ ਗਰੋਇੰਗ ਅਪ ਚਾਈਲਡ ਨੂੰ ਪ੍ਰੋਪਰ ਜਿਹੜੀ ਫਰੀਡਮ ਆ ਉਹ ਦੇਣੀ ਚਾਹੀਦੀ ਆ ਤਾਂ ਜੋ ਉਹਨਾਂ ਦਾ ਫਿਜ਼ੀਕਲੀ ਔਰ ਮੈਂਟਲੀ ਜਿਹੜੀ ਡਿਵੈਲਪਮੈਂਟ ਆ ਉਹ ਹੋ ਸਕੇ।